ਮੇਰਾ ਨਾਂ ਹੈ ਸੇਜ ਕਾਲੇਕੇ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜਦੋਂ ਕਿਸੇ ਸ਼ਬਦ ਦੇ ਪਿੱਛੇ ਈਡੀ ਲਿਖਿਆ ਹੁੰਦਾ ਹੈ ਤਾਂ ਉਸ ਦੀ ਕੀ ਆਵਾਜ਼ ਆਉਂਦੀ ਹੈ। ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਤੇ ਪੂਰਾ ਦੇਖਣਾ ਕਿਉਂਕਿ ਇਹ ਚੀਜ਼ ਤੁਹਾਡੀ ਆਇਲਸ ਸਪੀਕਿੰਗ ਵਿੱਚ ਬਹੁਤ ਜ਼ਿਆਦਾ ਕੰਮ ਦੇ ਸਕਦੀ ਹੈ। ਸੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਚੀਜ਼ ਤਾਂ ਇਹ ਕਿ ਜਦੋਂ ਕਿਸੇ ਸ਼ਬਦ ਦੇ ਪਿੱਛੇ ਈਡੀ ਲਿਖਿਆ ਹੋਵੇ ਆਪਾਂ ਪਾਸਟ ਟੈਂਸ ਵਿੱਚ ਗੱਲ ਕਰ ਰਹੇ ਹੁੰਦੇ ਹਾਂ, ਮਤਲਬ ਆਪਾਂ ਬੀਤੇ ਹੋਏ ਸਮੇਂ ਦੀ ਗੱਲ ਕਰ ਰਹੇ ਹੁੰਦੇ ਹਾਂ। ਹੁਣ ਈਡੀ ਦੀਆਂ ਤਿੰਨ ਆਵਾਜ਼ਾਂ ਆ ਸਕਦੀਆਂ ਹਨ: ਇਡ ਦੀ ਆਵਾਜ਼, ਟ ਦੀ ਆਵਾਜ਼ ਤੇ ਡ ਦੀ ਆਵਾਜ਼। ਇਡ ਦੀ ਆਵਾਜ਼, ਡੱਡੇ ਦੀ ਆਵਾਜ਼, ਟੈਂਕੇ ਦੀ ਆਵਾਜ਼। ਹੁਣ ਇਡ ਤੇ ਡ ਦੀ ਆਵਾਜ਼ ਤਾਂ ਸਮਝ ਆਉਂਦੀ ਆ ਕਿਉਂਕਿ ਈਡੀ ਤੋਂ ਇਹ ਆਵਾਜ਼ਾਂ ਆਰਾਮਦਾਰੀ ਨਾਲ ਆ ਸਕਦੀਆਂ ਹਨ, ਪਰ ਟੈਂਕੇ ਦੀ ਆਵਾਜ਼ ਕਿਉਂ ਆ ਜਾਂਦੀ ਹੈ ਤੇ ਕਿਵੇਂ ਆਉਂਦੀ ਹੈ ਇਹ ਵੀ ਮੈਂ ਤੁਹਾਨੂੰ ਅੱਜ ਸਮਝਾ ਦੂੰਗਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਡ ਦੀ ਆਵਾਜ਼। ਹੁਣ ਇਡ ਦੀ ਆਵਾਜ਼ ਬਾਰੇ ਸਿੱਖਣ ਤੋਂ ਪਹਿਲਾਂ ਇੱਕ ਚੀਜ਼ ਹੋਰ ਦੱਸ ਦੇਵਾਂ ਕਿ ਜਦੋਂ ਵੀ ਆਪਾਂ ਕਿਸੇ ਸ਼ਬਦ ਨੂੰ ਬੋਲਦੇ ਹਾਂ ਆਪਾਂ ਬੇਸਿਕਲੀ ਕੁਝ ਆਵਾਜ਼ਾਂ ਨੂੰ ਇਕੱਠਾ ਕਰਕੇ ਉਸ ਸ਼ਬਦ ਨੂੰ ਬਣਾਉਣੇ ਆ। ਜਿਵੇਂ ਸ਼ਬਦ ਨੂੰ ਹੀ ਆਪਾਂ ਲੈ ਲੈਂਦੇ ਹਾਂ, ਸ਼, ਬ, ਦ। ਇਹਨਾਂ ਤਿੰਨੇ ਆਵਾਜ਼ਾਂ ਨੂੰ ਇਕੱਠੀਆਂ ਕਰਕੇ ਆਪਾਂ ਸ਼ਬਦ ਬੋਲਿਆ। ਹੁਣ ਆਪਾਂ ਲਾਸਟ ਸਾਊਂਡ ਉੱਤੇ ਧਿਆਨ ਦੇਣਾ ਹੁੰਦਾ ਤੇ ਲਾਸਟ ਸਾਊਂਡ ਸ਼ਬਦ ਦੀ ਇਹ ਤੈਅ ਕਰਦੀ ਹੈ ਕਿ ਆਪਾਂ ਈਡੀ ਨੂੰ ਇਡ ਬੋਲਣਾ ਹੈ, ਡ ਬੋਲਣਾ ਹੈ ਜਾਂ ਟ ਬੋਲਣਾ ਹੈ। ਜੇ ਕਿਸੇ ਸ਼ਬਦ ਦੀ ਲਾਸਟ ਸਾਊਂਡ ਡ ਹੈ, ਡੱਡਾ ਹੈ ਜਾਂ ਟੈਂਕਾ ਹੈ, ਟ ਹੈ, ਡ ਜਾਂ ਟ ਸਾਊਂਡ ਆ ਰਹੀ ਹੈ ਤਾਂ ਆਪਾਂ ਉਸ ਨੂੰ ਇਡ ਬੋਲਾਂਗੇ, ਈਡੀ ਨੂੰ ਇਡ ਬੋਲਾਂਗੇ। ਇਸ ਤੇ ਕੁਝ ਐਗਜ਼ਾਮਪਲਸ ਆਪਾਂ ਦੇਖ ਲੈਂਦੇ ਹਾਂ। ਜਿਵੇਂ ਕ੍ਰੀਏਟ, ਕ੍ਰੀਏਟ ਮਤਲਬ ਬਣਾਉਣਾ, ਲਾਸਟ ਵਾਲੀ ਸਾਊਂਡ ਕੀ ਆ ਰਹੀ ਹੈ, ਟ ਦੀ ਆਵਾਜ਼ ਆ ਰਹੀ ਹੈ ਤਾਂ ਕ੍ਰੀਏਟਿਡ ਬੋਲਾਂਗੇ। ਹੁਣ ਜਦੋਂ ਮੈਂ ਕ੍ਰੀਏਟਿਡ ਬੋਲਦਾ ਤਾਂ ਜਿਹੜੀ ਈਡੀ ਦੀ ਆਵਾਜ਼ ਆ ਬਹੁਤ ਘੱਟ ਆ ਰਹੀ ਹੈ, ਕ੍ਰੀਏਟਿਡ। ਤਾਂ ਇਸੇ ਢੰਗ ਨਾਲ ਤੁਸੀਂ ਵੀ ਬੋਲਣਾ ਹੈ, ਕ੍ਰੀਏਟਿਡ। ਪੇਸਟ ਮਤਲਬ ਚਿਪਕਾਉਣਾ, ਪੇਸਟਿਡ। ਫਿਰ ਹੈਂਡਿਡ, ਹੈਂਡਿਡ ਕੀ ਹੁੰਦਾ, ਕਿਸੇ ਨੂੰ ਕੋਈ ਚੀਜ਼ ਫੜਾ ਦੇਣੀ ਹੱਥਾਂ ਨਾਲ ਆਪਣੇ, ਹੈਂਡਿਡ। ਡ ਦੀ ਆਵਾਜ਼ ਆ ਰਹੀ ਹੈ ਲਾਸਟ ਵਿੱਚ, ਹੈਂਡ, ਡ ਦੀ ਆਵਾਜ਼, ਫਿਰ ਆਪਾਂ ਇਡ ਬੋਲਾਂਗੇ ਈਡੀ ਨੂੰ। ਲਾਸਟ ਵਿੱਚ ਓਫੈਂਡ, ਓਫੈਂਡਿਡ। ਡ ਦੀ ਆਵਾਜ਼ ਆਈ ਲਾਸਟ ਵਿੱਚ ਤਾਂ ਇਡ ਬੋਲਾਂਗੇ। ਓਫੈਂਡਿਡ ਦਾ ਮਤਲਬ ਕੀ ਹੁੰਦਾ, ਨਾਰਾਜ਼ ਹੋ ਜਾਣਾ, ਗੁੱਸੇ ਹੋ ਜਾਣਾ। ਸੋ ਇਹ ਸੀਗੀ ਆਪਣੀ ਇਡ ਦੀ ਆਵਾਜ਼ ਕਿ ਕਦੋਂ ਈਡੀ ਦੀ ਆਵਾਜ਼ ਨੂੰ ਆਪਾਂ, ਈਡੀ ਨੂੰ ਆਪਾਂ ਇਡ ਬੋਲਦੇ ਹਾਂ। ਹੁਣ ਇਡ ਦੀ ਆਵਾਜ਼ ਤੋਂ ਬਾਅਦ ਆਪਾਂ ਦੇਖਾਂਗੇ ਕਿ ਈਡੀ ਨੂੰ ਕਦੋਂ ਟ ਬੋਲਣਾ ਹੁੰਦਾ ਹੈ। ਜਦੋਂ ਵੀ ਕਿਸੇ ਸ਼ਬਦ ਦੇ ਐਂਡ ਉੱਤੇ ਸ, ਕ, ਚ, ਸ਼, ਪ, ਫ ਇਹਨਾਂ ਛੇਆਂ ਵਿੱਚੋਂ ਕੋਈ ਇੱਕ ਆਵਾਜ਼ ਆਉਂਦੀ ਹੈ ਤਾਂ ਆਪਾਂ ਈਡੀ ਨੂੰ ਟ ਬੋਲਣਾ ਹੁੰਦਾ ਹੈ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਸੇਜ ਸਾਨੂੰ ਕਿਵੇਂ ਯਾਦ ਰਹੂਗੀਆਂ ਇਹ 6 ਆਵਾਜ਼ਾਂ। ਬੜਾ ਸੌਖਾ ਹੈ। ਜੇ ਤੁਸੀਂ ਮੇਰੀ ਲੈਟਰ ਸੀ ਦੀ ਪ੍ਰੋਨਾਂਸੀਏਸ਼ਨ ਵਾਲੀ ਵੀਡੀਓ ਦੇਖੀ ਸੀ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਸਿਖਾਇਆ ਸੀਗਾ ਕਿ ਲੈਟਰ ਸੀ ਦੀਆਂ 4 ਆਵਾਜ਼ਾਂ ਆ ਸਕਦੀਆਂ ਨੇ: ਸ ਦੀ ਆਵਾਜ਼, ਕ ਦੀ ਆਵਾਜ਼, ਚ ਦੀ ਆਵਾਜ਼ ਤੇ ਸ਼ ਦੀ ਆਵਾਜ਼। ਇਹ 4 ਆਵਾਜ਼ਾਂ ਤੇ ਪੱਪੇ ਤੇ ਫੱਫੇ ਦੀ ਆਵਾਜ਼। ਇਹਨਾਂ 6 ਵਿੱਚੋਂ ਜੇ ਕੋਈ ਇੱਕ ਆਵਾਜ਼ ਕਿਸੇ ਸ਼ਬਦ ਦੇ ਐਂਡ ਉੱਤੇ ਆਉਂਦੀ ਹੈ ਤਾਂ ਤੁਸੀਂ ਈਡੀ ਨੂੰ ਟ ਬੋਲਣਾ ਹੁੰਦਾ ਹੈ। ਸਭ ਤੋਂ ਪਹਿਲਾਂ ਆਪਣਾ ਉਦਾਹਰਣ ਕੀ ਹੈ, ਬਲੈਸ। ਸੱਸੇ ਦੀ ਆਵਾਜ਼ ਆ ਰਹੀ ਹੈ ਤਾਂ ਆਪਾਂ ਟ ਬੋਲਾਂਗੇ। ਬਲੈਸ ਮਤਲਬ ਕਿਸੇ ਨੂੰ ਦਵਾ ਦੇਣਾ, ਬਲੈਸਡ। ਉਸ ਤੋਂ ਬਾਅਦ ਅਟੈਕ, ਹਮਲਾ ਕਰਨਾ। ਕੱਕੇ ਦੀ ਆਵਾਜ਼ ਆ ਰਹੀ ਹੈ, ਅਟੈਕਡ, ਟ ਬੋਲਾਂਗੇ, ਅਟੈਕਡ ਹੋ ਜਾਊਗਾ। ਫਿਰ ਅਟੈਚ, ਜੁੜ ਜਾਣਾ ਜਾਂ ਕਿਸੇ ਚੀਜ਼ ਨੂੰ ਜੋੜ ਦੇਣਾ, ਅਟੈਚ। ਚੱਚੇ ਦੀ ਆਵਾਜ਼ ਆ ਰਹੀ ਹੈ, ਫਿਰ ਟ ਬੋਲਾਂਗੇ, ਅਟੈਚਡ। ਫਿਰ ਕ੍ਰੈਸ਼ ਮਤਲਬ ਕਿਸੇ ਚੀਜ਼ ਦਾ ਟੁੱਟ ਜਾਣਾ ਜਾਂ ਕਿਸੇ ਕੋਈ ਐਕਸੀਡੈਂਟ ਹੋ ਜਾਣਾ, ਸ਼ ਦੀ ਆਵਾਜ਼ ਆ ਰਹੀ ਹੈ, ਕ੍ਰੈਸ਼ਡ। ਫਿਰ ਕਲੈਪ, ਕਲੈਪ ਮਤਲਬ ਤਾੜੀਆਂ ਮਾਰਨਾ। ਪੱਪੇ ਦੀ ਆਵਾਜ਼ ਆ ਰਹੀ ਹੈ, ਈਡੀ ਨੂੰ ਕੀ ਬੋਲਾਂਗੇ, ਟ ਬੋਲਾਂਗੇ, ਕਲੈਪਡ। ਉਸ ਤੋਂ ਬਾਅਦ ਫੱਫੇ ਦੀ ਆਵਾਜ਼, ਡਵਾਫ। ਡਵਾਫ ਵੈਸੇ ਛੋਟਾ ਹੁੰਦਾ, ਛੋਟੇ ਕੱਦ ਦਾ, ਪਰ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਬਹੁਤ ਵੱਡੇ ਬੰਦੇ ਨੂੰ ਮਿਲਦੇ ਹੋ ਕਿਸੇ ਨੂੰ ਤਾਂ ਤੁਸੀਂ ਆਮ ਤੌਰ ਉੱਤੇ ਆਪਾਂ ਕਈ ਵਾਰੀ ਇਹ ਕਹਿ ਦਿੰਦੇ ਹਾਂ ਕਿ ਮੈਂ ਤੁਹਾਡੇ ਅੱਗੇ ਆਪਣੇ ਆਪ ਨੂੰ ਬਹੁਤ ਛੋਟਾ ਮਹਿਸੂਸ ਕਰ ਰਿਹਾ। ਤਾਂ ਛੋਟਾ ਮਤਲਬ ਕੀ ਹੁੰਦਾ, ਛੋਟਾ ਮਹਿਸੂਸ ਕਰਨਾ ਮਤਲਬ ਡਵਾਫਡ, ਟ ਦੀ ਆਵਾਜ਼। ਹੁਣ ਲਾਫ, ਲਾਫ ਦੇ ਬੇਸ਼ੱਕ ਐਂਡ ਵਿੱਚ GH ਲਿਖਿਆ ਹੋਇਆ ਹੈ ਪਰ ਆਵਾਜ਼ ਕਿਹੜੀ ਆ ਰਹੀ ਆ, ਫੱਫੇ ਦੀ ਆਵਾਜ਼ ਆ ਰਹੀ ਹੈ ਤਾਂ ਆਪਾਂ ਈਡੀ ਨੂੰ ਟ ਬੋਲਾਂਗੇ, ਲਾਫਡ। ਸੋ ਆਪਾਂ ਲੈਟਰਸ 'ਤੇ ਧਿਆਨ ਨਹੀਂ ਦੇਣਾ, ਆਪਾਂ ਲਾਸਟ ਵਾਲੀ ਸਾਊਂਡ 'ਤੇ ਧਿਆਨ ਦੇਣਾ ਹੁੰਦਾ ਹੈ। ਸੋ ਇਹ ਸੀਗੀ ਆਪਣੇ ਐਗਜ਼ਾਮਪਲ ਟ ਦੀ ਸਾਊਂਡ 'ਤੇ। ਹੁਣ ਆਪਾਂ ਦੇਖਦੇ ਹਾਂ ਡ ਦੀ ਸਾਊਂਡ। ਕਦੋਂ ਆਪਾਂ ਈਡੀ ਨੂੰ ਡ ਬੋਲਣਾ ਹੁੰਦਾ ਹੈ, ਜਦੋਂ ਕਿਸੇ ਸ਼ਬਦ ਦੀ ਐਂਡ ਵਾਲੀ ਸਾਊਂਡ ਜੇ, ਜੀ, ਬੀ, ਆਰ, ਐਲ, ਐਮ, ਐਨ, ਵੀ, ਜ਼ੈਡ, ਡੀ, ਐਚ ਜਾਂ ਕੋਈ ਵੀ ਵਾਵਲ ਸਾਊਂਡ ਹੁੰਦੀ ਹੈ ਤਾਂ ਉਦੋਂ ਆਪਾਂ ਕੀ ਕਰਦੇ ਹਾਂ, ਈਡੀ ਨੂੰ ਡ ਬੋਲਦੇ ਹਾਂ। ਸਭ ਤੋਂ ਪਹਿਲਾਂ ਜੇ ਦਾ ਜ ਦਾ ਉਦਾਹਰਣ ਲੈ ਲੈਂਦੇ ਹਾਂ, ਜ ਦੀ ਸਾਊਂਡ। ਏਜ, ਏਜ ਮਤਲਬ ਉਮਰ। ਭਲਾ ਜੀ ਲਿਖਿਆ ਹੋਇਆ ਹੈ ਪਰ ਆਵਾਜ਼ ਕਿਹੜੀ ਆ ਰਹੀ ਹੈ,
ਜ ਦੀ ਆਵਾਜ਼ ਆ ਰਹੀ ਹੈ ਤਾਂ ਆਪਾਂ ਕੀ ਬੋਲਾਂਗੇ, ਏਜਡ ਬੋਲਾਂਗੇ। ਉਸ ਤੋਂ ਬਾਅਦ ਹੱਗ, ਕਿਸੇ ਨੂੰ ਜੱਫੀ ਪਾਉਣਾ। ਗੱਗੇ ਦੀ ਆਵਾਜ਼ ਆ ਰਹੀ ਹੈ ਤਾਂ ਆਪਾਂ ਕੀ ਬੋਲਾਂਗੇ, ਹਗਡ ਬੋਲਾਂਗੇ। ਫਿਰ ਸਟੈਬ, ਚਾਕੂ ਮਾਰ ਦੇਣਾ। ਤਾਂ ਬੱਬੇ ਦੀ ਆਵਾਜ਼ ਆ ਰਹੀ ਹੈ ਤਾਂ ਈਡੀ ਨੂੰ ਕੀ ਬੋਲਾਂਗੇ, ਡ ਬੋਲਾਂਗੇ, ਸਟੈਬਡ ਹੋ ਜਾਊਗਾ। ਸਟਾਰ, ਰ ਦੀ ਆਵਾਜ਼ ਆ ਰਹੀ ਆ, ਸਟਾਰਡ। ਉਸ ਤੋਂ ਬਾਅਦ ਬੈਟਲ, ਲ ਦੀ ਆਵਾਜ਼ ਆ ਰਹੀ ਹੈ ਐਂਡ ਉੱਤੇ, ਕੀ ਹੋ ਗਿਆ, ਬੈਟਲਡ। ਹੁਣ ਬੈਟਲ ਦਾ ਮਤਲਬ ਕੀ ਹੁੰਦਾ, ਲੜਾਈ ਹੋਣਾ, ਕੋਈ ਜੰਗ ਜਿਵੇਂ ਪਹਿਲੇ ਟਾਈਮਾਂ 'ਚ ਹੁੰਦੀ ਸੀ, ਉਹ ਕੀ ਹੋ ਗਿਆ, ਬੈਟਲਡ। ਫਿਰ ਆਮ, ਇੱਕ ਤਾਂ ਹੁੰਦੀ ਆਪਣੀ ਬਾਂਹ ਆਮ, ਅਤੇ ਇੱਕ ਕੀ ਹੁੰਦਾ, ਹਥਿਆਰਾਂ ਨੂੰ ਵੀ ਆਮ ਕਹਿ ਦਿੰਦੇ ਆ। ਅਤੇ ਜਦੋਂ ਕੋਈ ਬੰਦਾ ਹਥਿਆਰਬੰਦ ਹੋਵੇ, ਉਹਦੇ ਕੋਲ ਹਥਿਆਰ ਹੋਵੇ ਤਾਂ ਆਪਾਂ ਉਹਨੂੰ ਕੀ ਕਹਿ ਦਿੰਦੇ ਆ, ਆਰਮਡ ਕਹਿ ਦਿੰਦੇ ਆ। ਉਸ ਤੋਂ ਬਾਅਦ ਅਸਾਈਨ, ਅ ਸਾ ਈ ਨ, ਨ ਦੀ ਆਵਾਜ਼ ਆ ਰਹੀ ਆ, ਈਡੀ ਨੂੰ ਡ ਬੋਲਾਂਗੇ, ਅਸਾਈਨਡ। ਲਵਡ, ਵਾਵੇ ਦੀ ਆਵਾਜ਼ ਆ ਰਹੀ ਹੈ ਨਾ, ਤਾਂ ਆਪਾਂ ਈਡੀ ਨੂੰ ਫਿਰ ਡ ਬੋਲਾਂਗੇ। ਉਸ ਤੋਂ ਬਾਅਦ ਅਮੇਜ਼, ਅਮੇਜ਼ ਮਤਲਬ ਹੈਰਾਨ ਹੋਣਾ ਕੋਈ ਚੀਜ਼ ਦੇਖ ਕੇ, ਤਾਂ ਪਾਸਟ ਟੈਂਸ ਕੀ ਹੋ ਜਾਊਗਾ, ਅਮੇਜ਼ਡ ਹੋ ਜਾਊਗਾ, ਡ ਦੀ ਆਵਾਜ਼ ਆਊਗੀ। ਫਿਰ ਲੋਥ, ਲੋਥ ਹੁੰਦਾ ਕਿਸੇ ਨੂੰ ਨਫ਼ਰਤ ਕਰਨਾ, ਵੀ ਸ਼ਕਲ ਹੀ ਪਸੰਦ ਨਾ ਹੋਣੀ ਕਿਸੇ ਬੰਦੇ ਦੀ, ਸਾਹਮਣੇ ਆਉਣਾ ਤਾਂ ਗੁੱਸਾ ਆ ਜਾਣਾ। ਲੋਥ, ਪਾਸਟ ਟੈਂਸ ਕੀ ਹੋਊਗਾ, ਠੱਥਾ ਜਿਹੜਾ ਧੱਦਾ ਹੋ ਜਾਊਗਾ, ਅਤੇ ਧੱਦੇ ਦੀ ਜਦੋਂ ਆਵਾਜ਼ ਹੁੰਦੀ ਹੈ ਤਾਂ ਕੀ ਹੁੰਦਾ, ਡੀ ਲੱਗਦੀ ਹੈ ਪਿੱਛੇ, ਲੋਥਡ, ਲੋਥਡ। ਹੁਣ ਤੁਸੀਂ ਸੋਚਦੇ ਹੋ ਕਿ ਇਹਨਾਂ ਸਾਰਿਆਂ ਨੂੰ ਆਪਾਂ ਕਿਵੇਂ ਚੇਤੇ ਰੱਖੀਏ। ਇਹਨਾਂ ਨੂੰ ਚੇਤੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਤੁਸੀਂ ਸਿਰਫ ਇਡ ਦਾ ਯਾਦ ਰੱਖਣਾ ਹੈ ਅਤੇ ਟ ਦਾ ਯਾਦ ਰੱਖਣਾ ਹੈ। ਇਡ ਕਦੋਂ ਲੱਗਦਾ ਹੈ, ਜਦੋਂ ਟ ਜਾਂ ਡ ਦੀ ਆਵਾਜ਼ ਆਵੇ। ਟ ਕਦੋਂ ਲੱਗਦਾ ਹੈ, ਈਡੀ ਨੂੰ ਆਪਾਂ ਟ ਕਦੋਂ ਬੋਲਦੇ ਹਾਂ, ਜਦੋਂ ਸ, ਕ, ਚ, ਸ਼, ਪ, ਫ, ਇਹਨਾਂ ਛੇਆਂ ਵਿੱਚੋਂ ਕੋਈ ਆਵਾਜ਼ ਲਾਸਟ ਸਾਊਂਡ ਹੋਵੇ ਕਿਸੇ ਸ਼ਬਦ ਦੀ। ਬਾਕੀ ਜਿਹੜੇ ਸਾਰੀਆਂ ਸਾਊਂਡਸ ਨੇ ਉਹਨਾਂ ਵਿੱਚ ਕੀ ਹੋਊਗਾ, ਡ ਬੋਲਣਾ ਹੈ। ਸਿੰਪਲ ਹੈ, ਕੁਝ ਔਖਾ ਨਹੀਂ। ਹੁਣ ਆਪਾਂ ਇੱਕ ਨਵੀਂ ਚੀਜ਼ ਕਰਨ ਲੱਗੇ ਹਾਂ। ਮੈਂ ਇੱਥੇ 10 ਸ਼ਬਦ ਲਿਖੇ ਨੇ, ਤੁਸੀਂ ਇਹਨਾਂ 10 ਸ਼ਬਦਾਂ ਨੂੰ ਬੋਲ ਕੇ ਦੇਖਣਾ ਹੈ। ਉਸ ਤੋਂ ਬਾਅਦ ਮੈਂ ਵੀ ਤੁਹਾਨੂੰ ਇਹਨਾਂ ਦੀ ਪ੍ਰੋਨਾਂਸੀਏਸ਼ਨ ਦੱਸੂਗਾ। ਤੁਸੀਂ ਮੈਨੂੰ ਦੱਸਣਾ ਹੈ ਕਿ 10 ਵਿੱਚੋਂ ਤੁਹਾਡੇ ਕਿੰਨੇ ਸ਼ਬਦਾਂ ਦੀ ਪ੍ਰੋਨਾਂਸੀਏਸ਼ਨ ਸਹੀ ਸੀਗੀ। ਕੋਈ ਬੇਈਮਾਨੀ ਨਹੀਂ ਕਰਨੀ, ਐਵੇਂ ਨਹੀਂ 10 ਚੋਂ 10 ਲਾ ਦੇਣੇ। ਸੋ ਹੁਣ ਤੁਸੀਂ ਇਸ ਵੀਡੀਓ ਨੂੰ ਪੌਜ਼ ਕਰ ਸਕਦੇ ਹੋ, ਕਿਉਂਕਿ ਮੈਂ ਪ੍ਰੋਨਾਂਸੀਏਸ਼ਨ ਇਕੱਲੇ ਦੀ ਬੋਲਣ ਲੱਗਿਆ। ਸਭ ਤੋਂ ਪਹਿਲਾਂ ਆਪਣਾ ਸ਼ਬਦ ਹੈ ਲੈਂਡ, ਡ ਦੀ ਆਵਾਜ਼ ਆ ਰਹੀ ਹੈ ਤਾਂ ਇਡ ਹੋਊਗਾ, ਲੈਂਡਡ। ਫਿਰ ਪੁਸ਼, ਸ਼ ਦੀ ਆਵਾਜ਼ ਆ ਰਹੀ ਹੈ, ਸ਼ ਦੀ ਆਵਾਜ਼ ਜਦੋਂ ਆਉਂਦੀ ਹੈ ਕੀ ਬੋਲਦੇ ਆ, ਟ ਬੋਲਦੇ ਆ, ਕੀ ਹੋ ਜਾਊਗਾ, ਪੁਸ਼ਟ ਹੋ ਜਾਊਗਾ। ਫਿਰ ਇੰਜੋਏ, ਲਾਸਟ ਵਿੱਚ ਵਾਵਲ ਸਾਊਂਡ ਆ ਰਹੀ ਹੈ, ਏ ਦੀ ਸਾਊਂਡ ਆ ਰਹੀ ਆ ਤਾਂ ਡ ਬੋਲਾਂਗੇ, ਇੰਜੋਇਡ। ਸਪਾਈ, ਫਿਰ ਵਾਵਲ ਸਾਊਂਡ ਆ ਰਹੀ ਆ ਤਾਂ ਡ ਬੋਲਾਂਗੇ, ਸਪਾਈਡ। ਲਿਵ, ਵਾਵੇ ਦੀ ਆਵਾਜ਼ ਆ ਰਹੀ ਹੈ, ਡ ਬੋਲਾਂਗੇ, ਲਿਵਡ। ਸਟੇ, ਏ ਵਾਵਲ ਸਾਊਂਡ ਹੈ, ਫਿਰ ਆਪਾਂ ਈਡੀ ਨੂੰ ਡ ਬੋਲਾਂਗੇ, ਸਟੇਡ। ਸਟਾਫ, ਫੱਫੇ ਦੀ ਆਵਾਜ਼ ਆ ਰਹੀ ਹੈ, ਜਦੋਂ ਫੱਫੇ ਦੀ ਆਵਾਜ਼ ਆਉਂਦੀ ਹੈ ਤਾਂ ਆਪਾਂ ਕੀ ਬੋਲਦੇ ਹਾਂ, ਈਡੀ ਨੂੰ ਟ ਬੋਲਦੇ ਹਾਂ, ਸਟਾਫਡ। ਸਵਾਪ, ਪੱਪੇ ਦੀ ਆਵਾਜ਼ ਆ ਰਹੀ ਹੈ। ਸਵਾਪ ਮਤਲਬ ਕੀ ਹੁੰਦਾ, ਚੇਂਜ ਹੋ ਜਾਣਾ, ਜਿਵੇਂ ਹਸਪਤਾਲਾਂ 'ਚ ਬੱਚੇ ਚੇਂਜ ਹੋ ਜਾਂਦੇ, ਹਾਲਾਂਕਿ ਅਜਿਹਾ ਨਹੀਂ ਹੋਣਾ ਚਾਹੀਦਾ, ਪਰ ਕਈ ਵਾਰੀ ਜੇ ਕੋਈ ਚੀਜ਼ ਚੇਂਜ ਹੋ ਜਾਂਦੀ ਉਹਨੂੰ ਆਪਾਂ ਸਵਾਪ ਕਹਿ ਦਿੰਦੇ ਹਾਂ। ਇੱਕ ਦੂਸਰੇ ਨਾਲ ਦੋ ਚੀਜ਼ਾਂ ਆਪਸ 'ਚ ਬਦਲ ਜਾਂਦੀਆਂ ਨੇ। ਸਵਾਪਡ, ਟ ਬੋਲਾਂਗੇ ਕਿਉਂਕਿ ਲਾਸਟ ਵਾਲੀ ਸਾਊਂਡ ਕੀ ਆ, ਪ ਦੀ ਸਾਊਂਡ ਹੈ। ਫਿਰ ਸਟਾਰਟ, ਟ ਦੀ ਸਾਊਂਡ ਹੈ, ਇਡ ਬੋਲਾਂਗੇ, ਸਟਾਰਟਿਡ। ਫਿਰ ਹੈਂਗ, ਗ ਦੀ ਸਾਊਂਡ ਹੈ ਤਾਂ ਆਪਾਂ ਡ ਬੋਲਾਂਗੇ, ਹੈਂਗਡ। ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ। ਜੇ ਵਧੀਆ ਲੱਗੀ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸਬਸਕ੍ਰਾਈਬ ਕਰ ਦਿਓ ਜਾਂ ਸ਼ੇਅਰ ਕਰ ਦਿਓ। ਜਿਵੇਂ ਵੀ ਤੁਸੀਂ ਇਸ ਚੈਨਲ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਧੰਨਵਾਦ।